ਗੁੱਡ ਮਾਰਨਿੰਗ ਟੂ ਆਲ। ਅੱਜ ਅਸੀਂ ਸਮਾਜਿਕ ਅਧਿਐਨ ਦਾ ਜੋ ਖੇਤਰ ਹੈ ਉਸ ਵਿੱਚ ਆਉਂਦਾ ਹੈ ਕਮਰਾ, ਲਾਇਬ੍ਰੇਰੀ ਅਤੇ ਅਜਾਇਬ ਘਰ। ਇਸ ਨੂੰ ਕੀ ਸਮਝ ਲੈਂਦੇ ਹਾਂ, ਜਿਵੇਂ ਕਮਰੇ ਵਿੱਚ ਵੀ ਸਿੱਖਣ ਦੇ ਅਧਿਐਨ ਦਾ ਕੀ ਮਹੱਤਵ ਆ, ਲਾਇਬ੍ਰੇਰੀ ਜਾਂ ਅਜਾਇਬ ਘਰ ਹੁੰਦਾ ਹੈ। ਸਮਾਜਿਕ ਅਧਿਐਨ ਦਾ ਜਿਹੜਾ ਵਿਸ਼ਾ ਉਹ ਕਾਫੀ ਵਿਸ਼ਾਲ ਹੁੰਦਾ ਹੈ, ਕਿਉਂਕਿ ਉਹਦੇ ਵਿੱਚ ਵੱਖ ਵੱਖ ਵਿਸ਼ਿਆਂ ਨੂੰ ਇਕੱਠਾ ਕਰਕੇ ਇੱਕ ਤਰੀਕੇ ਨਾਲ ਅਧਿਐਨ ਕੀਤਾ ਜਾਂਦਾ ਹੈ। ਉਸ ਨੂੰ ਅਸੀਂ ਸਮਾਜਿਕ ਅਧਿਐਨ ਕਹਿੰਦੇ ਹਾਂ। ਇਸ ਵਿੱਚ ਸਿੱਖਿਆ ਦੇ ਖੇਤਰ ਵਿੱਚ ਕਾਫੀ ਬਦਲਾਅ ਆ ਰਹੇ ਨੇ। ਸਿੱਖਿਆ ਦਾ ਖੇਤਰ ਵੀ ਕਾਫੀ ਵਿਆਪਕ ਬਣਦਾ ਜਾ ਰਿਹਾ ਹੈ, ਜਿਵੇਂ ਹੋਰ ਵਿਸ਼ਿਆਂ ਵਾਂਗ। ਇਸ ਲਈ ਸਿੱਖਿਆ ਦੇ ਖੇਤਰ ਵਿੱਚ ਹੋਰ ਵਿਸ਼ਿਆਂ ਦੀ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਇੱਕ ਸਾਨੂੰ ਕਮਰਾ ਚਾਹੀਦਾ ਹੈ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਉਸ ਨੂੰ ਰੱਖਣ ਜਾਂ ਉਸ ਦੀ ਸਾਂਭ ਸੰਭਾਲ ਕਰਨ ਲਈ ਸਾਨੂੰ ਇੱਕ ਕਮਰੇ ਦੀ ਜ਼ਰੂਰਤ ਪੈਂਦੀ ਹੈ। ਉਸ ਦੇ ਨਾਲ ਸਾਡਾ ਸਮਾਜਿਕ ਅਧਿਐਨ ਦਾ ਜੋ ਢੰਗ ਹੁੰਦਾ ਹੈ ਵਧੀਆ ਤਰੀਕੇ ਨਾਲ ਚੱਲਦਾ ਹੈ। ਜਿਵੇਂ ਦੇਖੋ ਜੀ, ਹੋਰ ਵਿਸ਼ਿਆਂ ਵਾਂਗ ਸਮਾਜਿਕ ਅਧਿਐਨ ਦਾ ਵਿਸ਼ੇ ਲਈ ਇੱਕ ਵੱਖਰਾ ਕਮਰਾ ਹੋਣਾ ਚਾਹੀਦਾ ਹੈ, ਕਿਉਂਕਿ ਜਿਵੇਂ ਸਾਇੰਸ ਲੈਬ ਹੁੰਦੀ ਹੈ, ਕੰਪਿਊਟਰ ਲੈਬ ਹੁੰਦੀ ਹੈ। ਇਸ ਕਾਰਨ ਸਮਾਜਿਕ ਅਧਿਐਨ ਲਈ ਵੀ ਅਲੱਗ ਕਮਰੇ ਦਾ ਹੋਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਸਮਾਜਿਕ ਅਧਿਐਨ ਦੇ ਲਈ ਅਲੱਗ ਅਲੱਗ ਚਾਰਟਾਂ ਦੀ, ਨਕਸ਼ਿਆਂ ਦੀ, ਅੱਡ ਅੱਡ ਤਰ੍ਹਾਂ ਦੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਜਿਸ ਨੂੰ ਅਸੀਂ ਇੱਕ ਕਮਰੇ ਵਿੱਚ ਸੰਭਾਲ ਕੇ ਰੱਖ ਸਕਦੇ ਹਾਂ, ਕਿਉਂਕਿ ਉਸ ਤੋਂ ਸੰਬੰਧਿਤ ਅਸੀਂ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਸਕਦੇ ਹਾਂ। ਕਿਉਂਕਿ ਚਾਹੇ ਅਸੀਂ ਕਿਸੇ ਵੀ ਵਿਸ਼ੇ ਬਾਰੇ ਪੜ੍ਹਨਾ ਹੋਵੇ ਤਾਂ ਪਹਿਲਾਂ ਸਾਨੂੰ ਉਸ ਬਾਰੇ ਚਾਰਟ ਹੋਣਾ ਚਾਹੀਦਾ ਹੈ। ਨਾ ਚਾਰਟ ਦੇ ਨਾਲ ਨਾ ਤਾਂ ਬੱਚੇ ਉਤਸੁਕਤਾ ਨਾਲ ਪੜ੍ਹਦੇ ਨੇ ਵੀ ਅਸੀਂ ਖੁਦ ਬਣਾਇਆ, ਅਤੇ ਅਧਿਆਪਕ ਉਸ ਨੂੰ ਉਸ ਦੇ ਅਕੋਰਡਿੰਗ ਹੀ ਪੜ੍ਹਾਉਂਦਾ ਹੈ, ਜਿਸ ਦੇ ਨਾਲ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ। ਸਮਾਜਿਕ ਅਧਿਐਨ ਦੇ ਕਮਰੇ ਦੀ ਕੀ ਲੋੜ ਆ। ਅੱਗੇ ਅਸੀਂ ਪੜ੍ਹਦੇ ਹਾਂ ਕਿ ਸਮਾਜਿਕ ਅਧਿਐਨ ਦੇ ਖੇਤਰ ਵਿੱਚ ਕਮਰੇ ਦੀ ਕੀ ਲੋੜ ਪੈਂਦੀ ਹੈ। ਜਿਵੇਂ ਦੇਖੋ ਜੀ, BD ਘਾਟੇ ਦੇਣ ਲਿਖਿਆ ਸ਼ਬਦਾਂ ਵਿੱਚ ਕਿ ਹਰੇਕ ਉਹ ਵਿਸ਼ਾ ਜਿਸ ਵਿੱਚ ਸਕੂਲ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਲਈ ਜ਼ਰੂਰੀ ਹੈ ਇੱਕ ਕਮਰੇ ਦਾ ਹੋਣਾ। ਯਾਨੀ ਕਿ ਕੋਈ ਵੀ ਵਿਸ਼ਾ ਹੋਵੇ ਸਕੂਲ ਤੋਂ ਸੰਬੰਧਿਤ, ਉਹਨਾਂ ਦੇ ਅਧਿਐਨ ਲਈ ਇੱਕ ਕਮਰਾ ਹੋਣਾ ਜ਼ਰੂਰੀ ਹੈ। ਅਧਿਆਪਕ ਦਾ ਆਪਣਾ ਘਰ ਹੁੰਦਾ ਹੈ। ਕਮਰਾ ਸਮਾਜਿਕ ਅਧਿਐਨ ਵਿੱਚ ਕਮਰੇ ਦੀ ਲੋੜ ਇਸ ਕਾਰਨ ਪੈਂਦੀ ਹੈ ਕਿ ਉਹ ਇੱਕ ਅਧਿਆਪਕ ਨਾਲ ਸੰਬੰਧਿਤ ਹੁੰਦਾ ਹੈ, ਜਿਸ ਨੂੰ ਅਸੀਂ ਅਧਿਆਪਕ ਦਾ ਘਰ ਵੀ ਕਹਿੰਦੇ ਹਾਂ। ਅਧਿਆਪਕ ਉਸ ਵਿੱਚ ਆਪਣੇ ਵਿਸ਼ੇ ਤੋਂ ਸੰਬੰਧਿਤ ਪੁਸਤਕਾਂ ਜਾਂ ਕੋਈ ਡਾਇਗ੍ਰਾਮ ਬਣਾਉਣ ਦਾ ਤਰੀਕਾ ਜਾਂ ਕੋਈ ਵੀ ਚੀਜ਼ ਸੰਭਾਲ ਕੇ ਰੱਖ ਸਕਦਾ ਹੈ, ਅਤੇ ਉਹਦੇ ਵਿੱਚ ਜਾਣਕਾਰੀਆਂ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਇਕੱਠਾ ਕਰਕੇ ਸੰਕਲਪ ਬਣਾ ਲੈਂਦਾ ਹੈ, ਅਤੇ ਜਿਸ ਦਾ ਗਿਆਨ ਵਿਦਿਆਰਥੀਆਂ ਤੱਕ ਪਹੁੰਚਾਉਂਦਾ ਹੈ, ਜੋ ਵਿਦਿਆਰਥੀਆਂ ਤੱਕ ਪਹੁੰਚਣ ਵਿੱਚ ਸਾਡੀ ਮਤਲਬ ਸਮਾਜਿਕ ਅਧਿਐਨ ਦੀ ਸਹਾਇਤਾ ਕਰਦੇ ਹਨ। ਸਮਾਜਿਕ ਅਧਿਐਨ ਪ੍ਰਤੀ ਰੁਚੀ। ਸਮਾਜਿਕ ਅਧਿਐਨ ਦਾ ਵਿਸ਼ਾ ਵਿਦਿਆਰਥੀਆਂ ਨਾਲ ਗੁਲਝਣਦਾਰ ਬਣ ਕੇ ਰਹਿ ਜਾਂਦਾ ਹੈ। ਜੋ ਸਮਾਜਿਕ ਅਧਿਐਨ ਦਾ ਵਿਸ਼ਾ ਵਿਦਿਆਰਥੀਆਂ ਲਈ ਗੁਲਝਣਦਾਰ ਬਣ ਕੇ ਰਹਿ ਗਿਆ ਹੈ, ਕਿਉਂਕਿ ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੀ ਉਸ ਵਿੱਚ ਰੁਚੀ ਹੋਵੇ, ਕਿਉਂਕਿ ਜੋ ਸਮਾਜਿਕ ਅਧਿਐਨ ਦਾ ਵਿਸ਼ਾ ਹੈ ਕਾਫੀ ਗੁਲਝਣਦਾਰ ਬਣਦਾ ਜਾ ਰਿਹਾ, ਕਿਉਂਕਿ ਇਸ 'ਚ ਕਾਫੀ ਅਲੱਗ ਅਲੱਗ ਵਿਸ਼ਿਆਂ 'ਤੇ ਚਰਚਾ ਕੀਤੀ ਜਾਂਦੀ ਹੈ। ਇਸ ਲਈ ਵਿਦਿਆਰਥੀਆਂ ਦੀ ਉਸ ਵਿੱਚ ਰੁਚੀ ਨਹੀਂ ਪੈਦਾ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਲਈ ਸਾਨੂੰ ਇੱਕ ਕਮਰੇ ਦੀ ਲੋੜ ਪੈਂਦੀ ਹੈ, ਤਾਂ ਕਿ ਵਿਦਿਆਰਥੀ ਉਸ ਕਮਰੇ ਦੇ ਪ੍ਰਤੀ ਰੁਚੀ ਪੈਦਾ ਕਰਨ ਅਤੇ ਆਪਣਾ ਗਿਆਨ ਪ੍ਰਾਪਤ ਕਰਨ। ਪ੍ਰਭਾਵਸ਼ਾਲੀ ਅਧਿਆਪਨ ਸਿੱਖਣ ਮਾਹੌਲ ਵੀ। ਪ੍ਰਭਾਵਸ਼ਾਲੀ ਵਧੀਆ ਸਿੱਖਣ ਲਈ ਕਿਹੋ ਜਿਹਾ ਮਾਹੌਲ ਆਉਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਕਹਿ ਸਕਦੇ ਹਾਂ ਆਪਾਂ ਜਿਵੇਂ ਵਿਦਿਆਰਥੀ ਅਤੇ ਅਧਿਆਪਕ ਲਈ ਇੱਕ ਵਧੀਆ ਕਮਰਾ ਹੋਣਾ ਚਾਹੀਦਾ ਹੈ, ਜਿਸ ਵਿੱਚ ਉਹ ਸਮਾਜਿਕ ਅਧਿਐਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉੱਥੇ ਜਾਣਕਾਰੀ ਪ੍ਰਾਪਤ ਕਰਨ ਲਈ ਸੰਬੰਧਿਤ ਚਾਰਟ ਹੋਣੇ ਚਾਹੀਦੇ, ਨਕਸ਼ੇ, ਤਸਵੀਰਾਂ ਹੁੰਦੀਆਂ ਨੇ, ਤਾਂ ਕਿ ਵਿਦਿਆਰਥੀ ਨੂੰ ਅਧਿਆਪਕ ਉਸ ਵੱਲ ਦਿਖਾ ਕੇ ਉਸ ਵੱਲ ਉਸ ਦਾ ਧਿਆਨ ਦਿੱਤਾ ਜਾਂਦਾ ਹੈ, ਤਾਂ ਕਿ ਉਹਨਾਂ ਦਾ ਪ੍ਰਤੱਖ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਕਿਉਂਕਿ ਜਮਾਤ ਦੀ ਸਾਜ ਸਜਾ ਕਰਨ ਵਿੱਚ ਵਿਦਿਆਰਥੀ ਆਪਣੇ ਆਪ ਹੀ ਬਹੁਤ ਰੁਚੀ ਲੈਂਦੇ ਹਨ, ਤਾਂ ਕਿ ਉਹਨਾਂ ਦਾ ਸਿੱਖਣ ਵਿੱਚ ਵੀ ਰੁਚੀ ਪੈਦਾ ਹੋ ਜਾਵੇ। ਲੋਕਤੰਤਰੀ ਦ੍ਰਿਸ਼ਟੀਕੋਣ ਵਿੱਚ ਸਹਾਇਕ। ਸਮਾਜਿਕ ਅਧਿਐਨ ਦਾ ਕਮਰਾ ਵਿਦਿਆਰਥੀਆਂ ਵਿੱਚ ਉਚਿਤ ਗੁਣਾਂ ਦਾ ਵਿਕਾਸ ਕਰਦਾ ਹੈ, ਕਿਉਂਕਿ ਇਸ ਵਿੱਚ ਅੰਤਰਰਾਸ਼ਟਰੀ ਰਾਸ਼ਟਰੀ ਭਾਵਨਾ ਤੋਂ ਸੰਬੰਧਿਤ ਅਸੀਂ ਚਾਰਟ ਜਾਂ ਨਕਸ਼ੇ ਲਗਾ ਕੇ ਉਹਨਾਂ ਬੱਚਿਆਂ ਦੀ, ਵਿਦਿਆਰਥੀਆਂ ਦੀ ਰਾਸ਼ਟਰੀ ਏਕਤਾ ਵੱਲ ਰੁਚੀ ਵਧਾ ਸਕਦੇ ਹਾਂ। ਅਧਿਆਪਨ ਵਿਧੀਆਂ ਦੀ ਉਚਿਤ ਵਰਤੋਂ। ਸਮਾਜਿਕ ਅਧਿਐਨ ਲਈ ਕਮਰੇ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਅਧਿਆਪਨ ਵਿਧੀਆਂ ਹੁੰਦੀਆਂ ਨੇ, ਜਿਹੜੇ ਟੀਚਿੰਗ ਮੈਥਡ ਹੁੰਦੇ ਨੇ, ਇਹਨਾਂ ਦੀ ਅਸੀਂ ਵਧੀਆ ਤਰੀਕੇ ਨਾਲ ਵੰਡ ਕਰ ਸਕਦੇ ਹਾਂ, ਵਧੀਆ ਤਰੀਕੇ ਨਾਲ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ, ਜੋ ਟੀਚਿੰਗ ਮੈਥਡ ਹੁੰਦੇ ਹਨ। ਕਿਉਂਕਿ ਕਈ ਟੀਚਿੰਗ ਮੈਥਡ ਇਹੋ ਜਿਹੇ ਹੁੰਦੇ ਹਨ ਜੋ ਸਹੀ ਇੱਕ ਕਮਰੇ ਵਿੱਚ ਦੇ ਮੁਤਾਬਿਕ ਹੀ ਚੱਲਦੇ ਹਨ, ਉਸ ਵਿੱਚ ਹੋਰ ਜਗ੍ਹਾ 'ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਲਈ ਸਾਨੂੰ ਇੱਕ ਕਮਰਾ ਹੋਣਾ ਜ਼ਰੂਰੀ ਹੈ।
ਦ੍ਰਿਸ਼ਟ ਸੁਣਨ ਸਾਧਨਾਂ ਦੀ ਵਰਤੋਂ। ਦ੍ਰਿਸ਼ਟ ਸੁਣਨ ਸਾਧਨਾਂ ਵਿੱਚ ਜਿਵੇਂ ਰੇਡੀਓ ਲਾ ਲਓ, ਟੀਵੀ ਲਾ ਲਓ, ਟੇਪ ਰਿਕਾਰਡਰ, ਇਹਨਾਂ ਦੀ ਕਲਾਸ ਵਿੱਚ ਯਾਨੀ ਕਿ ਬਹੁਤ ਜ਼ਰੂਰਤ ਹੁੰਦੀ ਹੈ ਸਮਾਜਿਕ ਅਧਿਐਨ ਵਿੱਚ। ਇਸ ਲਈ ਇੱਕ ਸਾਨੂੰ ਕਮਰੇ ਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਅਸੀਂ ਇਹਨਾਂ ਨੂੰ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖ ਕੇ ਆਪਣਾ ਸਮਾਜਿਕ ਅਧਿਐਨ ਦਾ ਕਾਰਿਆ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਵਿਵਹਾਰਿਕ ਗਿਆਨ। ਸਮਾਜਿਕ ਅਧਿਐਨ ਦੇ ਕਮਰੇ ਦੀ ਲੋੜ ਇਸ ਕਾਰਨ ਪੈਂਦੀ ਹੈ ਕਿ ਵਿਦਿਆਰਥੀਆਂ ਨੂੰ ਵਿਵਹਾਰਿਕ ਗਿਆਨ ਪੈਦਾ ਹੁੰਦਾ ਹੈ। ਜਿਵੇਂ ਉਦਾਹਰਨ ਦੇਖੋ ਜੀ, ਇੱਕ ਅਧਿਆਪਕ ਵਿਦਿਆਰਥੀਆਂ ਨੂੰ ਲੋਕ ਸਭਾ ਬਾਰੇ ਪੜ੍ਹਾ ਰਿਹਾ ਹੈ। ਉਹ ਲੋਕ ਸਭਾ ਦਾ ਚਾਰਟ ਜਾਂ ਮਾਡਲ ਦਿਖਾ ਕੇ ਉਹਨਾਂ ਨੂੰ ਲੋਕ ਸਭਾ ਬਾਰੇ ਦੱਸ ਸਕਦਾ ਵੀ ਇਹ ਸਾਡੀ ਭਾਰਤ ਦੀ ਜਾਂ ਪਾਰਲੀਮੈਂਟ ਹੈ, ਇਸ ਵਿੱਚ 2 ਸਦਨ ਹੁੰਦੇ ਹਨ, ਲੋਕ ਸਭਾ ਅਤੇ ਰਾਜ ਸਭਾ। ਇਸ ਲਈ ਵਿਦਿਆਰਥੀਆਂ ਦੀ ਇਸ ਵਿੱਚ ਕਾਫੀ ਰੁਚੀ ਪੈਦਾ ਹੋ ਜਾਂਦੀ ਹੈ, ਕਿਉਂਕਿ ਦੇਖਣ ਨਾਲ ਸੁਣਨ ਅਤੇ ਦੇਖਣ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਦੇਖ ਕੇ ਬੱਚੇ ਨੂੰ ਜ਼ਿਆਦਾ ਯਾਦ ਰਹਿੰਦਾ ਹੈ। ਸਮੇਂ ਅਤੇ ਸ਼ਕਤੀ ਦੀ ਬੱਚਤ। ਸਮਾਜਿਕ ਅਧਿਐਨ ਦੇ ਕਮਰੇ ਨਾਲ ਅਧਿਆਪਕ ਦੇ ਸਮੇਂ ਅਤੇ ਸ਼ਕਤੀ ਦੀ ਬੱਚਤ ਹੁੰਦੀ ਹੈ, ਕਿਉਂਕਿ ਉਹ ਸੰਬੰਧਿਤ ਵਿਸ਼ੇ ਤੋਂ ਜੋ ਸੰਬੰਧਿਤ ਵਿਸ਼ੇ ਦੀਆਂ ਜਾਣਕਾਰੀ ਜਾਂ ਸਹਾਇਕ ਸਮੱਗਰੀ ਦੀ ਜ਼ਰੂਰਤ ਹੁੰਦੀ ਹੈ, ਉਹ ਪਹਿਲਾਂ ਉੱਥੇ ਉਪਲਬਧ ਨਹੀਂ ਹੁੰਦੀ। ਉਹਨਾਂ ਨੂੰ ਲੈ ਕੇ ਜਾਣ ਅਤੇ ਆਉਣ ਵਿੱਚ ਕਾਫੀ ਵਕਤ ਬਰਬਾਦ ਹੁੰਦਾ ਹੈ। ਇਸ ਦੇ ਨਾਲ ਉਹਨਾਂ ਦੇ ਕਾਫੀ ਇੱਕ ਕਮਰਾ ਹੋਣ ਕਾਰਨ ਅਧਿਆਪਕ ਦੀ ਸਮੇਂ ਅਤੇ ਸ਼ਕਤੀ ਦੀ ਬੱਚਤ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਸਮੱਗਰੀ ਜੋ ਹੁੰਦੀ ਹੈ ਵਿਸ਼ੇ ਤੋਂ ਸੰਬੰਧਿਤ ਉਹ ਉੱਥੇ ਹੀ ਉਪਲਬਧ ਹੋ ਜਾਂਦੀ ਹੈ। ਸਮੱਗਰੀ ਦੀ ਸੁਰੱਖਿਆ ਅਤੇ ਸੰਭਾਲ। ਜੋ ਸਮੱਗਰੀ ਹੁੰਦੀ ਹੈ ਪੜ੍ਹਾਉਣ ਲਈ, ਉਸ ਲਈ ਇੱਕ ਕਮਰੇ ਦੀ ਲੋੜ ਹੁੰਦੀ ਹੈ, ਕਿਉਂਕਿ ਅਧਿਆਪਕ ਕਮਰੇ ਦੀ ਵਰਤੋਂ ਕਰਦਾ ਹੈ। ਪਹਿਲਾਂ ਉਹ ਅਧਿਐਨ ਤੋਂ ਸੰਬੰਧਿਤ ਕੋਈ ਵੀ ਜਮਾਤ ਵਿੱਚ ਲੈ ਕੇ ਆਉਂਦਾ ਹੈ, ਕਕਸ਼ਾ ਵਿੱਚ, ਕਲਾਸ ਵਿੱਚ ਲੈ ਕੇ ਆਉਂਦਾ ਹੈ, ਫਿਰ ਉਸ ਨੂੰ ਸੰਭਾਲ ਕੇ ਉੱਥੇ ਹੀ ਰੱਖ ਕੇ ਆਉਂਦਾ ਹੈ ਜਿੱਥੇ ਉਹ ਸੁਰੱਖਿਅਤ ਸਥਾਨ 'ਤੇ ਹੁੰਦੀ ਹੈ। ਇਸ ਲਈ ਰਸਤੇ ਵਿੱਚ ਤੋੜ ਭੰਨ ਦਾ ਜ਼ਿਆਦਾ ਹੁੰਦਾ ਹੈ, ਖਤਰਾ ਬਣਿਆ ਰਹਿੰਦਾ ਹੈ। ਜਿਵੇਂ ਕੋਈ ਮਾਡਲ ਹੋ ਗਏ, ਮਾਡਲ ਟੁੱਟਣ ਦਾ ਖਤਰਾ ਰਹਿੰਦਾ ਹੈ। ਉਸ ਨੂੰ ਸਮਝਾਉਣ ਲਈ ਪਹਿਲਾਂ ਉਹ ਲੈ ਕੇ ਆਉਂਦਾ ਹੈ ਅਤੇ ਫਿਰ ਉੱਥੇ ਰੱਖ ਕੇ ਆਉਂਦਾ, ਇਸ ਨਾਲ ਉਹ ਟੁੱਟ ਭੱਜ ਜਾਂਦੇ ਨੇ। ਇਸ ਲਈ ਸਾਨੂੰ ਇੱਕ ਕਮਰੇ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਅਸੀਂ ਉੱਥੇ ਹੀ ਉਸ ਨੂੰ ਸੰਭਾਲ ਕੇ ਰੱਖ ਸਕਦੇ ਹਾਂ। ਯੋਗ ਵਰਗੀਕਰਨ। ਸਮਾਜਿਕ ਅਧਿਐਨ ਵਿੱਚ ਅਲੱਗ-ਅਲੱਗ ਵਿਸ਼ੇ ਆਉਂਦੇ ਨੇ, ਜਿਵੇਂ ਭੂਗੋਲ, ਇਤਿਹਾਸ, ਅਰਥ ਸ਼ਾਸਤਰ, ਨਾਗਰਿਕ ਸ਼ਾਸਤਰ। ਸਾਰਿਆਂ ਦੇ ਯੋਗ ਨਾਲ ਹੀ ਸਮਾਜਿਕ ਅਧਿਐਨ ਬਣਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਲਈ ਸੰਬੰਧਿਤ ਸਮੱਗਰੀ ਦਾ ਵੀ ਵਰਗੀਕਰਨ ਕੀਤਾ ਜਾਵੇ, ਕਿਉਂਕਿ ਸਾਰੀ ਜੋ ਸਮੱਗਰੀ ਹੁੰਦੀ ਹੈ ਇਹ ਸਾਰਿਆਂ ਵਿਸ਼ਿਆਂ ਤੋਂ ਸੰਬੰਧਿਤ ਹੁੰਦੀ ਹੈ। ਜਾਣੀ ਕਿ ਇਹਦੀ ਸਮੱਗਰੀ ਹੁੰਦੀ ਹੈ ਜਿਹੜੀ ਬਹੁਤ ਜ਼ਿਆਦਾ ਵਿਸ਼ਾਲ ਹੁੰਦੀ ਹੈ। ਇਸ ਲਈ ਸਾਨੂੰ ਇੱਕ ਕਮਰੇ ਦੀ ਲੋੜ ਰਹਿੰਦੀ ਹੈ ਤਾਂ ਕਿ ਅਸੀਂ ਉਸ ਨੂੰ ਸੁਰੱਖਿਅਤ ਰੱਖ ਸਕੀਏ। ਮਾਨਸਿਕ ਚਿੰਤਨ। ਅਸੀਂ ਨੇ ਅੱਜ ਚਰਚਾ ਕੀਤੀ ਹੈ, ਤੁਸੀਂ ਨੇ ਅੱਗੇ ਰੀਡ ਕਰਨੇ ਨੇ। ਜਿਵੇਂ ਦੇਖੋ, ਮਾਨਸਿਕ ਚਿੰਤਨ ਹੋ ਗਿਆ। ਚਿੰਤਨ ਲਈ ਕੀ ਹੁੰਦਾ ਹੈ? ਸਹਿਯੋਗੀ ਭਾਵਨਾ ਲਈ ਉਤੇਜਕ ਮਾਹੌਲ ਹੋ ਗਿਆ, ਸਥਾਈ ਗਿਆਨ ਹੋ ਗਿਆ। ਇਹ ਤੁਸੀਂ ਨੇ 4 ਪੁਆਇੰਟ ਨੇ ਜਿਹੜੇ ਖੁਦ ਰੀਡ ਕਰਨੇ ਨੇ।